ਕੇਂਦਰ ਸਰਕਾਰ ਵੱਲੋਂ ਦੇਸ਼ ਵਿਆਪੀ ਲਾਕਡਾਊਨ ਵਿੱਚ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਤੋਂ ਬਾਅਦ ਪੰਜਾਬ ਵਿੱਚ ਉਦਯੋਗਿਕ ਇਕਾਈਆਂ ਵਿੱਚ ਹੌਲੀ-ਹੌਲੀ ਕੰਮ ਸ਼ੁਰੂ ਹੋ ਗਿਆ ਹੈ। ਇਸ ਛੋਟ ਦੇ ਪਹਿਲੇ 3 ਦਿਨ ਵਿੱਚ ਹੀ ਪੰਜਾਬ ਵਿੱਚ 71,483 ਕਾਮੇ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਜੁਟ ਗਏ ਹਨ। ਉਦਯੋਗਿਕ ਵਿਭਾਗ ਮੁਤਾਬਿਕ ਰਿਆਇਤਾਂ ਮਿਲਣ ਦੇ ਸਿਰਫ 2 ਦਿਨ ਬਾਅਦ ਹੀ ਸੂਬੇ ਵਿੱਚ 3,108 ਉਦਯੋਗਿਕ ਇਕਾਈਆਂ ਵਿੱਚ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਦਯੋਗਾਂ ਤੋਂ ਇਲਾਵਾ ਹੁਣ ਪੇਂਡੂ ਖੇਤਰਾਂ ਵਿੱਚ 1592 ਇੱਟਾਂ ਦੇ ਭੱਠਿਆਂ ਦਾ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਪੇਂਡੂ ਖੇਤਰਾਂ ਵਿੱਚ ਉਸਾਰੀ ਗਤੀਵਿਧੀਆਂ ਨੂੰ ਮਨਜ਼ੂਰੀ ਮਿਲਣ ਮਗਰੋਂ ਸੂਬੇ ਵਿੱਚ 430 ਨਿਰਮਾਣ ਸਥਾਨਾਂ ਤੇ ਉਸਾਰੀ ਕਾਰਜ ਚੱਲ ਰਹੇ ਹਨ। ਸੂਬੇ ਵਿੱਚ ਸ਼ੁਰੂ ਹੋਈਆਂ ਉਦਯੋਗਿਕ ਇਕਾਈਆਂ ਵਿੱਚ ਲੁਧਿਆਣਾ ਵਿੱਚ 821, ਮੋਗਾ ਵਿੱਚ 403, ਬਰਨਾਲਾ ਵਿੱਚ 383, ਫਰੀਦਕੋਟ ਵਿੱਚ 357, ਫਿਰੋਜ਼ਪੁਰ ਵਿੱਚ 288, ਫਾਜ਼ਿਲਕਾ ਵਿੱਚ 198, ਮੁਹਾਲੀ ਵਿੱਚ 124 ਅਤੇ ਸੰਗਰੂਰ ਵਿੱਚ 100 ਉਦਯੋਗਿਕ ਇਕਾਈਆਂ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਕੁਝ ਉਦਯੋਗਿਕ ਇਕਾਈਆਂ ਖੁੱਲ ਗਈਆਂ ਹਨ। ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਵਿੱਚ ਬਠਿੰਡਾ ਨੇ ਤੇਜ਼ੀ ਨਾਲ ਗਤੀ ਫੜੀ ਹੈ। ਸੂਬੇ ਵਿੱਚ 430 ਨਿਰਮਾਣ ਸਥਾਨਾਂ ਵਿੱਚ ਕੰਮ ਸ਼ੁਰੂ ਹੋਇਆ ਹੈ, ਜਿਨ੍ਹਾਂ ਵਿੱਚ 355 ਸਿਰਫ ਬਠਿੰਡਾ ਵਿੱਚ ਹੀ ਹਨ। ਇਸ ਤੋਂ ਇਲਾਵਾ ਸੰਗਰੂਰ ਵਿੱਚ 34, ਪਠਾਨਕੋਟ ਵਿੱਚ 13, ਲੁਧਿਆਣਾ ਵਿੱਚ 7, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ 5-5, ਮੋਗਾ ਤੇ ਮੁਹਾਲੀ ਵਿੱਚ 3-3, ਕਪੂਰਥਲਾ ਵਿੱਚ 2 ਤੇ ਫਿਰੋਜ਼ਪੁਰ, ਨਵਾਂ ਸ਼ਹਿਰ ਤੇ ਮਾਨਸਾ ਵਿੱਚ 1-1 ਨਿਰਮਾਣ ਸਥਾਨਾਂ ਤੇ ਕੰਮ ਚੱਲ ਰਿਹਾ ਹੈ। ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਕੰਮ ਦੇਣ ਦੇ ਮਾਮਲੇ ਵਿੱਚ ਲੁਧਿਆਣਾ ਸਭ ਤੋਂ ਵੱਧ 32,198 ਮਜ਼ਦੂਰਾਂ ਨੂੰ ਕੰਮ ਮਿਲਿਆ ਹੈ। ਬਠਿੰਡਾ ਵਿੱਚ 22,000, ਨਵਾਂ ਸ਼ਹਿਰ ਵਿੱਚ 8,520, ਜਲੰਧਰ ਵਿੱਚ 7,950 ਅਤੇ ਅੰਮ੍ਰਿਤਸਰ ਵਿੱਚ 640 ਮਜ਼ਦੂਰ ਕਾਰਜ ਸਥਾਨਾਂ ਤੇ ਪਹੁੰਚ ਗਏ ਹਨ। ਕੋਰੋਨਾ ਤੋਂ ਬਚਾਅ ਲਈ ਪਿਛਲੇ 30 ਦਿਨਾਂ ਤੋਂ ਦੇਸ਼ ਭਰ ਵਿੱਚ ਜਾਰੀ ਲਾਕਡਾਊਨ ਦੇ ਚੱਲਦਿਆਂ ਹੋਰ ਸੂਬਿਆਂ ਤੋਂ ਆਏ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਉਦਯੋਗਿਕ ਉਤਪਾਦਨ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਇਹ ਕਦਮ ਅਹਿਮ ਰਹੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਵਿਦਿਆਰਥੀਆਂ ਲਈ $9 ਬਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਇਹ ਫੰਡ ਉਨ੍ਹਾਂ ਵਾਸਤੇ ਹੈ ਜੋ ਐਮਰਜੈਂਸੀ ਫੰਡ ਲੈਣ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਉਕਤ ਫੰਡ ਮਈ ਤੋਂ ਅਗਸਤ ਤੱਕ ਪ੍ਰਤੀ ਮਹੀਨਾ $1,250 ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਕਿਸੇ ਤੇ ਨਿਰਭਰ ਜਾਂ ਅੰਗਹੀਨ ਹਨ ਉਹ ਇਹ ਰਕਮ $1,750 ਲੈ ਸਕਣਗੇ। ਉਨ੍ਹਾਂ ਕਿਹਾ ਕਿ ਸਾਲ 2020 ਤੋਂ 2021 ਲਈ ਸਕੂਲ ਗ੍ਰਾਂਟਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕੈਨੇਡਾ ਸਮਰ ਜੌਬਸ ਪ੍ਰੋਗਰਾਮ ਦੁਆਰਾ ਨੌਜਵਾਨਾਂ ਲਈ 76,000 ਨੌਕਰੀਆਂ, ਪਲੇਸਮੈਂਟ ਤੇ ਸਿਖਲਾਈ ਦੇ ਮੌਕੇ ਪੈਦਾ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਗ੍ਰੈਜੂਏਟ ਵਿਦਿਆਰਥੀਆਂ ਲਈ ਸਪਾਂਸਰਸ਼ਿਪ, ਫੈਲੋਸ਼ਿਪ ਤੇ ਗ੍ਰਾਂਟਾਂ ਨੂੰ 3 ਜਾਂ 4 ਮਹੀਨਿਆਂ ਤੱਕ ਵਧਾਉਣ ਲਈ $291 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਲੜਨ ਵਿੱਚ ਸਹਾਇਤਾ ਕਰਨ ਵਾਲੇ ਵਿਦਿਆਰਥੀਆਂ ਨੂੰ $1,000 ਤੋਂ $5,000 ਦੀ ਵਿਸ਼ੇਸ਼ ਰਾਸ਼ੀ ਵੀ ਦਿੱਤੀ ਜਾਵੇਗੀ। ਅਜਿਹੇ ਸਮੇਂ ਵਿੱਚ ਜਦੋਂ ਸਾਰੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਵਿੱਚ ਹੈ, ਉੱਥੇ ਹੀ ਟਰੂਡੋ ਵੱਲੋਂ ਵਿਦਿਆਰਥੀਆਂ ਲਈ $9 ਬਿਲੀਅਨ ਦਾ ਰਾਹਤ ਪੈਕੇਜ ਜਾਰੀ ਕਰਨਾ ਵਾਕਈ ਸ਼ਲਾਘਾਯੋਗ ਕਦਮ ਹੈ। ਮਾਨਸਾ ਦੇ ਵਿੱਚ ਬੀਤੇ ਦਿਨੀ ਦੂਸਰਾ ਕੋਰੋਨਾ ਪੋਜ਼ਿਟਿਵ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤਿਆ ਹੈ। ਮੁਹੰਮਦ ਰਫੀ ਨਾਂ ਦਾ ਜਮਾਤੀ ਮੁੱਲ ਰੂਪ ਤੋਂ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ, ਜੋ ਕਿ ਬੁਢਲਾਡਾ ਦੀ ਇੱਕ ਮਸਜਿਦ 'ਚ ਠਹਿਰਿਆ ਹੋਇਆ ਸੀ। ਉੱਤੇ ਹੀ ਮਾਨਸਾ ਪ੍ਰਸ਼ਾਸਨ ਵੱਲੋਂ ਕੋਰੋਨਾ ਨਾਲ ਜੰਗ ਜਿੱਤਣ ਵਾਲੇ ਮਰੀਜ਼ਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸਐਮਓ ਨੇ ਦੱਸਿਆ ਕਿ ਜ਼ਿਲ੍ਹੇ ਦਾ ਦੂਸਰਾ ਕੋਰੋਨਾ ਪੋਜ਼ਿਟਿਵ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤਿਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਸੀ। ਇਸ ਮੌਕੇ ਉਹਨਾਂ ਨੇ ਬਾਕੀ ਦੇ 9 ਮਰੀਜ਼ਾਂ ਦੇ ਵੀ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਬਹੁਤ ਖੁਸ਼ੀ ਦੀ ਗੱਲ ਹੈ ਜੀ, ਠੀਕ ਹੋ ਕੇ ਜਾ ਰਿਹਾ, ਦੂਸਰਾ ਮਰੀਜ਼ ਠੀਕ ਹੋ ਕੇ ਜਾ ਰਿਹਾ ਤੇ ਅਸੀਂ ਚਾਹੁੰਦੇ ਕਿ ਬਾਕੀ ਦੇ ਜਿਹੜੇ ਮਰੀਜ਼ ਸਾਡੇ ਕੋਲ ਪਏ ਆ 9 ਮਰੀਜ਼, ਉਹ ਵੀ ਇਸ ਤਰ੍ਹਾਂ ਹੀ ਨੈਗੇਟਿਵ ਆਉਣ, ਠੀਕ ਹੋ ਕੇ ਜਾਣ ਤੇ ਸਾਡਾ ਪੰਜਾਬ, ਇੰਡੀਆ, ਪੂਰਾ ਵਰਲਡ ਇਹ ਕੋਵਿਡ ਤੋਂ ਫ੍ਰੀ ਹੋਵੇ, ਸਾਰੇ ਆਪਣੇ ਨਾਰਮਲ ਆਪਣਾ ਜ਼ਿੰਦਗੀ ਬਿਤਾਉਣ ਜਿੱਦਾਂ ਪਹਿਲਾਂ ਬਿਤਾ ਰਹੇ। ਸਾਰੇ ਲੋਕ ਬਹੁਤ ਪਰੇਸ਼ਾਨ ਨੇ ਬੰਦ ਕਰਕੇ ਲਾਕਡਾਊਨ ਕਰਕੇ। ਉੱਤੇ ਹੀ ਇਸ ਮੌਕੇ ਆਪਣੇ ਘਰ ਠੀਕ ਹੋ ਕੇ ਵਾਪਸ ਪਰਤ ਰਹੇ ਮਰੀਜ਼ ਨੇ ਕਿਹਾ ਕਿ ਇੱਥੇ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ ਤੇ ਸਮੇਂ ਤੇ ਸੁਚੱਜੇ ਢੰਗ ਨਾਲ ਉਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਦੀ ਮਿਹਨਤ ਸਦਕਾ ही ਉਹ ਅੱਜ सकुशल अपने घर परत रहे हैं। क्या कहना चाहोगे, कैसे यहाँ पे हालात थे और कैसा व्यवहार हुआ डॉक्टरों की तरफ से आपसे? हम लोग जब आए यहाँ पर 19 तारीख को और उसके बाद 2-3 दिन में लॉकडाउन हुआ, फिर पता चला कि निजामुद्दीन से जो भी बाहर वाले वगैरह वगैरह, हमको कोई तकलीफ नहीं हुई। और फिर आपकी टीम आई हमारे वहाँ से, वो सैंपल ले गई। उसके बाद दूसरे-तीसरे दिन आई, वो बोली क्या इसमें कुछ लोगों का बोले कोरोना पॉजिटिव पाया गया। तो हमने बोले ठीक है सर, अब हमको कुछ लोगों को लेके आ गए यहाँ
और लाने के बाद यहाँ पर हमको बोले आपको कोई चिंता की बात नहीं है, आप कोई स्वस्थ दिख रहे हो, मगर आप जो रिपोर्ट आई है उसमें हम उसको लेके चलेंगे। और ठीक है, 2-4 दिन में ऐसा करते करते फिर सर वो पंकज सर है और वो क्या बोलते हैं बंसल सर है और भी मैडम है, इन लोगों ने हमारा बहुत ठीक ठाक ध्यान किया और हमको बिल्कुल सांत्वना देते रहे और कोई ऐसे डर की बात नहीं, बल्कि हम लोग बोले तुमसे डर गए थे, उल्टा ही बोले हो। तो मैं बोला डरने की बात नहीं है। अच्छा बोले वो ये भी पूछे क्या, बोले आप हिंदू मुसलमान सिख ईसाई ऐसी वाली बात मत समझो, बोला हमको कोई टेंशन नहीं है, आपकी वजह से और अल्लाह ताला का करम था और आप लोगों की जो हमारे ऊपर में जो दया थी, जो आप लोग हमको रहम किया, खाना भी अच्छा टाइम पे दिया और हमको अच्छा मैंने पानी भी बिस्लरी वगैरह दिया, फल भी दिए और नाश्ता भी दिया और ट्रीटमेंट भी बार बार करते रहे सर। और हमारी बीपी की जांच हुई, हमारी ये उंगली में जो लगाते इसकी वो जांच हुई और हमारा क्या बोलते हमारी मेरी वाइफ अभी यही है ऊपर में, उसका भी यानी सेटमेंट, बल्कि दवाई गोली जो हम घर से लाए थे अगर वो ख़त्म हो गया होगा तो बोले आप बता दो, हमको ला के देंगे। सर अभी है तो जबरदस्ती क्यों बोले फिर। और बाकी हमारे दवाई गोली खांसी सर्दी की जो भी दवा थी बार बार डॉक्टर साहब आके देखते रहे और फ़ोन से पूछते रहे। आज ही रंजीत सर ने बोला मैं बुलाना जा रहा हूँ बोले, और आप लोगों की रिपोर्ट बोले माशाल्लाह बोले अल्लाह के दिए थे, भगवान के परमात्मा करम से ठीक है बोले। तो सर बोले वो जो है ना, तो मुझे फिर भी तसल्ली नहीं। फिर बाहर से लोगों की और भी फ़ोन आने लगी, जैसे कोई बोले पत्रकार आ रहे हैं बोले, तो बोला सर बहुत बहुत धन्यवाद है, हमको तो ऐसा महसूस नहीं हुआ कि हम लोग बीमार थे अंदर में और हमको टीवी और वो फ्रिज ये क्या बोलते एसी वगैरह सब आज उसका इंतजाम किया गया। मैं बोला हम लोग को बार बार पूछा गया तो हम लोग नहीं बोले, मगर फिर भी आप लोग ने आपकी संस्था ने जो ला के दिया, इंशाल्लाह बहुत बहुत धन्यवाद है, शुक्रिया है। ब्यूरो रिपोर्ट, निरपक्ष पोस्ट।